News, views and current affairs with Gurpreet Singh. गुड इवनिंग दोस्तों, एक बार फिर ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਨਵੀਂ ਤਾਜ਼ੀ ਦੇ ਵਿੱਚ। ਅੱਜ ਹੈ ਜੀ 17 ਅਕਤੂਬਰ, ਸ਼ੁੱਕਰਵਾਰ ਦੀ ਸ਼ਾਮ ਹੈ। ਬੰਦਾ ਹਾਜ਼ਰ ਹੈ ਤੁਹਾਡੀ ਸੇਵਾ 'ਚ ਬਹੁਤ ਸਾਰੀ ਖਬਰਾਂ ਲੈ ਕੇ। ਖਬਰਾਂ ਤੋਂ ਬਾਅਦ ਇੱਕ ਬਹੁਤ ਹੀ ਖਾਸ ਸਮਾਂ ਦੇ ਨਾਲ ਬਹੁਤ ਹੀ ਖਾਸ ਗੱਲਬਾਤ। ਸਭ ਤੋਂ ਵੱਡੀ ਖਬਰ ਹੈ ਜੀ, ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ 'ਤੇ ਇੱਕ ਆਤਮਘਾਤੀ ਹਮਲਾ ਹੋਇਆ, ਧਮਾਕਾ ਹੋਇਆ। ਸਿੱਟੇ ਵਜੋਂ 7 ਪਾਕਿਸਤਾਨੀ ਫੌਜੀ ਮੌਤ ਦੀ ਭੇਟ ਚੜ ਗਏ ਨੇ। ਸੋ ਇਹ ਆਤਮਘਾਤੀ ਹਮਲਾ ਜਿਹੜਾ ਹੈ, ਸੁਸਾਈਡ ਅਟੈਕ, ਇਹ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਉੱਪਰ ਹੋਇਆ। ਯਾਦ ਰਹੇ ਤੁਹਾਨੂੰ ਦੱਸਿਆ ਗਿਆ ਸੀ ਪਹਿਲਾਂ ਵੀ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਉੱਪਰ ਤਣਾਅ ਵਾਲਾ ਮਾਹੌਲ ਬਣਿਆ ਹੋਇਆ। ਦੋਨਾਂ ਦੇਸ਼ਾਂ ਦੀ ਫੌਜਾਂ ਦੇ ਵਿਚਾਲੇ ਗੋਲਾਬਾਰੀ ਹੋਈ ਹੈ, ਦਰਜਨਾਂ ਮੌਤਾਂ ਹੋਈਆਂ ਨੇ, ਸੀਜ਼ ਫਾਇਰ ਵੀ ਹੋ ਗਿਆ, ਪਰ ਉਸ ਦੇ ਬਾਵਜੂਦ ਇਹ ਭਾਣਾ ਵਾਪਰ ਗਿਆ। ਸੋ 7 ਪਾਕਿਸਤਾਨੀ ਫੌਜੀ ਮੌਤ ਦੀ ਭੇਟ ਚੜ੍ਹ ਗਏ ਨੇ। ਅਗਲੀ ਵੱਡੀ ਖਬਰ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਬਿਆਨ ਨੂੰ ਲੈ ਕੇ ਕਾਫੀ ਚੀਖ ਚਿਹਾੜਾ ਪਿਆ ਹੋਇਆ। ਟਰੰਪ ਨੇ ਸੋਸ਼ਲ ਮੀਡੀਆ 'ਤੇ ਇਹ ਗੱਲ ਆਖੀ ਹੈ ਕਿ ਜੇ ਹਮਾਸ ਵਾਲੇ, ਯਾਨੀ ਕਿ ਗਰਮ ਖਾਲੀ ਫਲਸਤੀਨੀ ਜਥੇਬੰਦੀ ਹਮਾਸ ਵਾਲੇ, ਉਹਨਾਂ ਨੇ ਹਮਲੇ ਬੰਦ ਨਾ ਕੀਤੇ ਤਾਂ ਅਸੀਂ ਉਹਨਾਂ ਦੇ ਘਰਾਂ ਵਿੱਚ ਵੜ ਕੇ, ਉਹਨਾਂ ਦੇ ਦੇਸ਼ 'ਚ ਵੜ ਕੇ ਅਸੀਂ ਹਮਾਸ ਦਾ ਸਫਾਇਆ ਕਰ ਦੇਵਾਂਗੇ। ਸੋ ਬਾਕਾਇਦਾ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ, ਜਿਸ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ। ਯਾਨੀ ਉਹ ਕਹਿ ਰਹੇ ਨੇ ਕਿ ਹਮਾਸ ਵੱਲੋਂ ਲਗਾਤਾਰ ਹਮਲੇ ਹੋ ਰਹੇ ਨੇ, ਅਸੀਂ ਉਸ ਨੂੰ ਰੋਕਣ ਦੀ ਖਾਤਰ ਉਹਨਾਂ ਹਮਲਿਆਂ ਨੂੰ ਉੱਥੇ ਉਹਨਾਂ ਦੇ ਖਿੱਤੇ ਵਿੱਚ ਜਾ ਕੇ ਹਮਾਸ ਦਾ ਸਫਾਇਆ ਕਰਨ ਲਈ ਤਿਆਰ ਬੈਠੇ ਹਾਂ। ਇਹ ਟਰੰਪ ਕਹਿ ਰਹੇ ਨੇ। ਹਾਲਾਂਕਿ ਜਦੋਂ ਦਾ ਸੀਜ਼ਫਾਇਰ ਹੋਇਆ, ਫਲਸਤੀਨੀ ਕਹਿ ਰਹੇ ਨੇ ਕਿ ਇਜ਼ਰਾਈਲ ਵੱਲੋਂ ਹਮਲੇ ਨਿਰੰਤਰ ਜਾਰੀ ਨੇ। ਤਾਜ਼ਾ ਘਟਨਾ ਵਿੱਚ ਇੱਕ 10 ਵਰ੍ਹਿਆਂ ਦੇ ਬੱਚੇ ਦੀ ਮੌਤ ਹੋਈ ਹੈ। ਪਤਾ ਇਹ ਲੱਗਾ ਕਿ ਇਹ ਜਿਹੜਾ ਬੱਚਾ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ, ਔਰ ਜਦੋਂ ਫੌਜ ਉੱਥੋਂ ਲੰਘ ਰਹੀ ਸੀ, ਇਜ਼ਰਾਈਲੀ ਫੌਜ, ਤਾਂ ਨਿਆਣੇ ਡਰਦੇ ਮਾਰੇ ਭੱਜ ਉੱਠੇ, ਜਿਸ ਤੋਂ ਪਿੱਛੋਂ ਇਜ਼ਰਾਈਲੀਆਂ ਨੇ ਗੋਲੀ ਚਲਾਈ। ਸਿੱਟੇ ਵਜੋਂ 10 ਵਰ੍ਹਿਆਂ ਦੇ ਇਸ ਬੱਚੇ ਦੀ ਮੌਤ ਹੋਈ ਹੈ। ਹੁਣ ਇਜ਼ਰਾਈਲੀ ਫੌਜੀ ਦਾਅਵਾ ਕਰ ਰਹੇ ਨੇ ਕਿ ਬੱਚਿਆਂ ਨੂੰ ਪਥਰਾਓ ਕੀਤਾ ਜਾ ਰਿਹਾ ਸੀਗਾ, ਔਰ ਇਸ ਘਟਨਾਕ੍ਰਮ ਦਾ ਰਿਵਿਊ ਅਸੀਂ ਕਰਵਾ ਰਹੇ ਹਾਂ। ਪਰ ਜਿਹੜੇ ਫਲਸਤੀਨੀ ਕਹਿ ਰਹੇ ਲੰਬੇ ਸਮੇਂ ਤੋਂ ਇਜ਼ਰਾਈਲੀ ਦਲਾਂ ਵੱਲੋਂ ਕੀਤੀ ਗਈਆਂ ਕਾਰਵਾਈਆਂ ਦੇ ਵਿੱਚ ਅਨੇਕਾਂ ਹੀ ਔਰਤਾਂ ਦੇ ਬੱਚੇ ਮੌਤ ਦੀ ਭੇਟ ਚੜ੍ਹ ਚੁੱਕੇ ਨੇ। ਸੋ ਉਹ ਬਾਰ-ਬਾਰ ਕਹਿ ਰਹੇ ਨੇ, ਤਾਂ ਕਰਕੇ ਸ਼ੰਕਾਵਾਂ ਨੇ ਕਿ ਇਹ ਅਮਨ ਸਦਾ ਬਹਾਲ ਰਹਿੰਦਾ ਨਹੀਂ ਰਹਿੰਦਾ, ਇਹ ਹੁਣ ਸਮਾਂ ਦੱਸੂਗਾ। ਪਰ ਫਿਲਹਾਲ 10 ਵਰ੍ਹਿਆਂ ਦੇ ਬੱਚੇ ਦਾ ਨਾਂ ਦੱਸਿਆ ਜਾ ਰਿਹਾ ਜੀ, ਮੁਹੰਮਦ ਅਲ ਹਲਾਕ। ਸੋ ਇਹ ਬੱਚਾ ਮੌਤ ਦੀ ਭੇਟ ਚੜ੍ਹ ਗਿਆ ਇਹਨਾਂ ਘਟਨਾਵਾਂ ਦੇ ਮੱਦੇਨਜ਼ਰ। ਅਗਲੀ ਵੱਡੀ ਹੋਰ ਖਬਰ ਹੈ, ਉਹ ਇਹ ਹੈ ਕਿ BC ਦੇ ਵਿੱਚ 2 ਹਵਾਈ ਅੱਡੇ ਨੇ, ਕਲੋਨਾ ਅਤੇ ਵਿਕਟੋਰੀਆ ਦੇ ਹਵਾਈ ਅੱਡੇ, ਜਿੱਥੇ ਪਬਲਿਕ ਇਨਫੋਰਮੇਸ਼ਨ ਸਿਸਟਮ ਜਿਹੜਾ ਹੈ, ਪਬਲਿਕ ਐਡਰੈਸ ਸਿਸਟਮ, ਉਸ ਨੂੰ ਹਾਈਜੈਕ ਕਰ ਲਿਆ ਗਿਆ। ਦੋਸ਼ ਲੱਗ ਰਹੇ ਨੇ ਕਿ ਜਿਹੜੇ ਹਮਾਸ ਦੇ ਹਮਾਇਤੀ ਨੇ, ਉਹਨਾਂ ਵੱਲੋਂ ਉਸਨੂੰ ਹੈਕ ਕਰਕੇ ਹਮਾਸ ਪੱਖੀ ਜਿਹੜੇ ਸੁਨੇਹੇ ਨੇ ਉਹ ਪ੍ਰਸਾਰਿਤ ਕੀਤੇ ਗਏ ਨੇ। ਹਾਲਾਂਕਿ ਇਸ ਸਮੱਸਿਆ ਨੂੰ ਫਿਕਸ ਕਰ ਲਿਆ ਗਿਆ, ਪਰ ਫਿਰ ਵੀ ਚਿੰਤਾ ਬਣੀ ਹੋਈ ਹੈ। ਟਰਾਂਸਪੋਰਟ ਕੈਨੇਡਾ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਵਿਚਾਰਨਾ ਹੋ ਰਹੀ ਹੈ ਕਿ ਕਿਵੇਂ ਇਹ ਹੋਇਆ, ਇਹ ਕਿਵੇਂ ਪਬਲਿਕ ਐਡਰੈਸ ਸਿਸਟਮ 2 ਏਅਰਪੋਰਟਸ ਦਾ ਇਸ ਤਰੀਕੇ ਨਾਲ ਹੈਕ ਕਰ ਲਿਆ ਗਿਆ ਹਮਾਸ ਦੇ ਹਮਾਇਤੀਆਂ ਵੱਲੋਂ, ਔਰ ਕਿਵੇਂ ਆਪਣੇ ਪੱਖ ਵਿੱਚ ਉਹਨਾਂ ਨੇ ਸੁਨੇਹਾ ਸਾਰੇ ਪਾਸੇ ਚਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਸੁਨੇਹਾ ਇਹ ਸੀ ਜਿਸ ਵਿੱਚ ਟਰੰਪ ਨੂੰ ਸੂਰ ਕਿਹਾ ਗਿਆ, ਇੱਕ ਸੁਨੇਹਾ ਇਹ ਸੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਜ਼ਰਾਈਲ ਹਾਰ ਗਿਆ ਅਤੇ ਹਮਾਸ ਨੇ ਲੜਾਈ ਜਿੱਤ ਲਈ ਹੈ। ਸੋ ਖੈਰ, ਇਸ ਮਾਮਲੇ ਨੂੰ ਕਾਫੀ ਸੀਰੀਅਸਲੀ, ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ। ਅੱਗੇ ਵਧਦੇ ਕਿ ਜਿਹੜਾ ਸਰੀ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ 'ਤੇ ਤੀਜੀ ਵਾਰ ਹਮਲਾ ਹੋਇਆ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦ ਪ੍ਰੋਵਿੰਸ ਅਖਬਾਰ ਨੇ ਇਸ ਪੂਰੇ ਮਾਮਲੇ ਨੂੰ ਮੁੱਖ ਪੰਨੇ 'ਤੇ ਥਾਂ ਦਿੱਤੀ ਹੈ, ਔਰ ਵੱਡੀ ਸੁਰਖੀ ਲਾ ਕੇ ਕਿਹਾ ਨੈਸ਼ਨਲ ਕ੍ਰਾਈਸਿਸ, ਯਾਨੀ ਕਿ ਕੌਮੀ ਸੰਕਟ। ਦਰਅਸਲ ਅਨੀਤਾ ਹਾਬਰਮੈਨ, ਜਿਹੜੀ ਕਿ ਸਰੀ ਬੋਰਡ ਆਫ ਟ੍ਰੇਡ ਦੀ ਪਹਿਲੋਂ CEO ਰਹੀ ਹੈ, ਉਸ ਦੇ ਹਵਾਲੇ ਨਾਲ ਇਸ ਘਟਨਾਕ੍ਰਮ ਨੂੰ ਨੈਸ਼ਨਲ ਕ੍ਰਾਈਸਿਸ ਕਿਹਾ ਗਿਆ, ਔਰ ਇਹ ਵੱਡੀ ਸੁਰਖੀ ਬਣਾ ਕੇ ਲਾ ਦਿੱਤੀ ਗਈ ਦ ਪ੍ਰੋਵਿੰਸ ਅਖਬਾਰ ਦੇ ਅੱਜ ਦੇ ਅਖਬਾਰ ਦੇ ਫਰੰਟ ਪੇਜ ਉੱਪਰ। ਸੋ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਲੋਕਾਂ ਵਿੱਚ ਡਰ ਹੈ, ਲੋਕ ਬੜੇ ਪਰੇਸ਼ਾਨ ਨੇ। ਵੈਸੇ ਸੁਖ ਧਾਲੀਵਾਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਰੀ ਤੋਂ, ਉਹਨਾਂ ਨੂੰ ਇਸ ਪੂਰੇ ਮਸਲੇ ਨੂੰ ਲੈ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪੈ ਗਿਆ, ਕਿਉਂਕਿ ਲੋਕ ਕਹਿ ਰਹੇ ਨੇ ਕਿ ਜਦੋਂ ਦੀ ਅਨੀਤਾ ਆਨੰਦ ਭਾਰਤ ਗਈ ਹੈ ਜਾਂ ਭਾਰਤ ਨਾਲ ਕੈਨੇਡਾ ਸੰਬੰਧ ਸੁਧਾਰਨੇ ਸ਼ੁਰੂ ਕੀਤੇ ਨੇ, ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਜਿਹੜੇ ਸਮਰਥਕ ਨੇ ਇੱਕ ਵਾਰ ਫਿਰ ਉਹਨਾਂ ਦੇ ਹੌਸਲੇ ਖੁੱਲ੍ਹ ਗਏ ਨੇ। ਉਹਨਾਂ ਨੇ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਦਹਿਸ਼ਤਗਰਦ ਸੰਗਠਨ ਵੀ ਕਰਾਰ ਦਿੱਤਾ ਗਿਆ, ਪਰ ਜਾਪਦਾ ਤਾਂ ਕਿ ਉਹਨਾਂ ਦੇ ਹੌਸਲੇ ਖੁੱਲ੍ਹੇ ਹੋਏ ਨੇ, ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਦਾ ਜਿਹੜਾ ਗੈਂਗ ਹੈ ਉਸਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਮੰਗ ਉੱਠ ਰਹੀ ਸੀ ਕਿ ਇਸ ਨੂੰ ਦਹਿਸ਼ਤਗਰਦ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰੋ। ਜਾਂ ਲਾਰੈਂਸ ਬਿਸ਼ਨੋਈ ਦੇ ਸਮਰਥਕ ਇੱਥੇ ਦੰਦਰ ਆਉਂਦੇ ਫਿਰਦੇ ਨੇ, ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ, ਭਾਰਤ ਦੇ ਜਿਹੜੇ ਆਲੋਚਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਫਿਰਦੇ ਨੇ। ਇੱਥੋਂ ਤੱਕ ਇੱਕ ਮੰਦਰ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਹੱਕ ਵਿੱਚ ਨਾਅਰੇ ਵੀ ਲੱਗੇ ਜਦੋਂ ਉਸ ਮੰਦਰ ਦੇ ਬਾਹਰ ਖਾਲਿਸਤਾਨੀਆਂ ਅਤੇ ਹਿੰਦੂਆਂ ਵਿਚਾਲੇ ਝੜਪ ਹੋਈ। ਸੋ ਇਸ ਕਾਰਨ ਲਾਰੈਂਸ ਬਿਸ਼ਨੋਈ ਦੇ ਬਾਰੇ 'ਚ ਇਹ ਹੁਣ ਤੱਕ ਕਿਹਾ ਜਾਂਦਾ ਸੀ। ਜਦੋਂ ਪੁਲਿਸ ਨੇ ਖੁਲਾਸੇ ਕੀਤੇ ਕਿ ਲਾਰੈਂਸ ਬਿਸ਼ਨੋਈ ਦਾ ਗਰੁੱਪ ਸਰਗਰਮ ਹੈ ਇੱਥੇ ਔਰ ਕਾਫੀ ਕੁਝ ਕਰ ਰਿਹਾ, ਜਾਂ ਜਦੋਂ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ 'ਚ ਇਹ ਕਿਹਾ ਕਿ ਭਾਰਤੀ ਏਜੰਸੀਆਂ ਵਿੱਚ ਸ਼ਾਮਲ ਹੋ ਸਕਦੀਆਂ, ਤਾਂ ਕੁਝ ਸਮੇਂ ਲਈ ਟਿਕ ਟਿਕਾ ਹੋਇਆ ਸੀ।
ਕੁਝ ਸਮੇਂ ਲਈ ਲੋਕਾਂ ਨੂੰ ਐਕਸਟੋਰਸ਼ਨ ਦੀਆਂ ਕਾਲਾਂ ਆਉਣੀਆਂ ਬੰਦ ਹੋ ਗਈਆਂ ਸਨ, ਪਰ ਅਚਾਨਕ ਫਿਰ ਦੁਬਾਰਾ ਇਹਨਾਂ ਘਟਨਾਵਾਂ ਵਿੱਚ ਜਿਹੜਾ ਵਾਧਾ ਹੋਇਆ ਉਸ ਦੇ ਕੀ ਕਾਰਨ ਹੋ ਸਕਦੇ ਨੇ। ਇੱਕ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਜਿਹੜੇ ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਵੱਲੋਂ ਉਹ ਇਹ ਹੈ ਕਿ ਅਨੀਤਾ ਆਨੰਦ ਦਾ ਭਾਰਤ ਜਾਣਾ ਜਾਂ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਜਿਸ ਤਰੀਕੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਿਆ ਗਿਆ G7 ਲਈ ਕਲਾਵੇ 'ਚ ਲਿਆ ਗਿਆ, ਇਸ ਨਾਲ ਹੋਇਆ ਤਾਂ ਕਿ ਲਾਰੈਂਸ ਬਰੂਨੀ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਹੌਸਲੇ ਖੁੱਲ੍ਹ ਗਏ, ਜਿਸ ਤੋਂ ਪਿੱਛੋਂ ਅਜਿਹੀਆਂ ਘਟਨਾਵਾਂ ਵਿੱਚ ਇੱਕਦਮ ਫਿਰ ਵਾਧਾ ਵੇਖਿਆ ਜਾ ਰਿਹਾ। ਸੋ ਖੈਰ ਸੁਖ ਧਾਲੀਵਾਲ ਨੂੰ ਜਦੋਂ ਪੁੱਛਿਆ ਗਿਆ ਮੀਡੀਆ ਵਾਲਿਆਂ ਵੱਲੋਂ ਕਿ ਇੱਕ ਉੱਥੇ ਸਰੀ ਵਿੱਚ ਕੋਈ ਐਲਾਨ ਹੋਇਆ ਸੀ ਪਬਲਿਕ ਸੇਫਟੀ ਦੀ ਬਾਬਤ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਨੀਤਾ ਆਨੰਦ ਦੇ ਭਾਰਤ ਜਾਣ ਤੋਂ ਪਹਿਲਾਂ ਅਸੀਂ ਕਿਹਾ ਸੀ ਕਿ ਤੁਸੀਂ ਜੇ ਉੱਥੇ ਜਾਓਗੇ ਤਾਂ ਬੇਸ਼ੱਕ ਸੰਬੰਧ ਵਧਾਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜੋ ਸਾਡੀ ਪ੍ਰਭੂਸੱਤਾ ਦਾ ਮਾਮਲਾ ਹੈ, ਸਾਡੇ ਲੋਕਾਂ ਦੀ ਹਿਫਾਜ਼ਤ ਦਾ ਮਾਮਲਾ ਹੈ, ਇਹ ਚੁੱਕਿਓ ਜ਼ਰੂਰ। ਸੋ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਸਨੇ ਜ਼ਰੂਰ ਚੁੱਕਿਆ ਹੋਵੇਗਾ ਔਰ ਅਗਲੇ ਹਫ਼ਤੇ ਦੁਬਾਰਾ ਮੁਲਾਕਾਤ ਹੋਵੇਗੀ ਅਨੀਤਾ ਆਨੰਦ ਨਾਲ, ਤੇ ਅਸੀਂ ਇਸ ਗੱਲ 'ਤੇ ਜ਼ੋਰ ਦੇਵਾਂਗੇ। ਵੈਸੇ ਇਸ ਬਾਰੇ ਸੁਖ ਧਾਲੀਵਾਲ ਪਹਿਲਾਂ ਵੀ ਟਵੀਟ ਕਰ ਚੁੱਕੇ ਨੇ। ਖੈਰ ਅੱਗੇ ਵਧਦੇ ਕਿ ਅਗਲੇ ਸਾਲ BC ਵਿੱਚ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ, ਸਾਲ ਰਹਿ ਗਿਆ। ਸੋ ਹੁਣ ਤੋਂ ਹੀ ਵੱਖ-ਵੱਖ ਮਿਊਨਿਸਪੈਲਿਟੀਜ਼ ਦੇ ਵਿੱਚ ਜਿਹੜੇ ਲੋਕਲ ਸਿਆਸਤਦਾਨ ਸਰਗਰਮ ਹੋ ਜਾਣਗੇ। ਜਿਹੜੇ ਪਹਿਲਾਂ ਹੀ ਕੌਂਸਲ ਦੀ ਸੇਵਾ ਕਰ ਰਹੇ ਨੇ, ਮੇਅਰੀ ਦੇ ਅਹੁਦੇ 'ਤੇ ਬੈਠੇ ਨੇ, ਉਹਨਾਂ ਵੱਲੋਂ ਸਰਗਰਮੀਆਂ ਜ਼ੋਰ ਫੜ ਲੈਣਗੀਆਂ ਕਿ ਜਿਹੜੇ ਨਵੇਂ ਕੁਝ ਆਉਣਾ ਚਾਹੁੰਦੇ ਨੇ ਮੂਹਰੇ, ਚਾਹੇ ਕੌਂਸਲ ਦੀ ਸੇਵਾ ਲਈ, ਸਕੂਲ ਟਰਸਟੀ ਦੀ ਸੇਵਾ ਲਈ ਜਾਂ ਮੇਅਰ ਦੀ ਸੇਵਾ ਲਈ, ਤਾਂ ਉਹ ਵੀ ਹੁਣ ਜ਼ੋਰ ਫੜਨਗੇ। ਸੋ ਪੂਰਾ ਇੱਕ ਸਾਲ ਰਹਿ ਗਿਆ ਔਰ ਉਮੀਦ ਕੀਤੀ ਜਾ ਰਹੀ ਕਿ ਇਸ ਦੌਰਾਨ ਪਬਲਿਕ ਸੇਫਟੀ ਦਾ ਮੁੱਦਾ ਭਾਰੂ ਰਹਿਣ ਦੀ ਪੂਰੀ ਉਮੀਦ ਹੈ। ਔਰ ਇਸ ਤੋਂ ਇਲਾਵਾ ਜਿਹੜੀ ਘਰਾਂ ਦੀ ਘਾਟ, ਮਹਿੰਗਾਈ, ਪ੍ਰੋਪਰਟੀ ਟੈਕਸ, ਇਹ ਕੁਝ ਮੁੱਦੇ ਨੇ ਜਿਹੜੇ ਭਾਰੂ ਰਹਿਣਗੇ। ਜਿਹੜੇ ਮੁੱਦੇ ਇਹਨਾਂ ਵੱਖ-ਵੱਖ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਦੇ ਜਿਹੜੇ ਉਹਨਾਂ ਦੇ ਮਨੋਰਥ ਪੱਤਰਾਂ ਵਿੱਚ ਸ਼ਾਮਲ ਕੀਤੇ ਜਾਣਗੇ, ਇਹ ਮੁੱਦੇ ਹੋਣਗੇ। ਇਹਨਾਂ ਬਾਰੇ ਨਿਸ਼ਾਨਦੇਹੀ ਕੀਤੀ ਗਈ ਮੀਡੀਆ ਵੱਲੋਂ। ਇੱਕ ਹੋਰ ਬੜੀ ਦਿਲਚਸਪ ਖਬਰ ਹੈ ਕਿ ਜਿਹੜੀ ਕੈਨੇਡਾ ਦੀ ਰੁਜ਼ਗਾਰਾਂ ਬਾਰੇ ਮੰਤਰੀ ਹੈ ਪੈਡੀ ਹਾਜਡੂ, ਉਸਨੇ ਕਿਹਾ ਕਿ ਜਦੋਂ ਦਾ ਅਸੀਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਸੋਧਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਔਰ ਜਦੋਂ ਦਾ ਅਸੀਂ ਕ੍ਰੈਕਡਾਊਨ ਸ਼ੁਰੂ ਕੀਤਾ, ਜਿਹੜੇ ਲੋਕ LMIA ਦੀ ਕੁਵਰਤੋਂ ਕਰ ਰਹੇ ਸੀ ਉਹਨਾਂ ਦੇ ਖਿਲਾਫ, ਉਹਨਾਂ ਦੀ ਫੜੋ-ਫੜੀ ਸੀ ਆਰੰਭ ਦਿੱਤੀ ਹੈ, ਉਹਨਾਂ ਦੇ ਖਿਲਾਫ ਕ੍ਰੈਕਡਾਊਨ ਸ਼ੁਰੂ ਕੀਤਾ, ਤਾਂ ਕਾਫੀ LMIA ਦੇ ਮਾਮਲਿਆਂ 'ਚ ਗਿਰਾਵਟ ਆਈ ਹੈ। ਯਾਨੀ ਕਿ LMIA ਦੇ ਸੌਦੇ ਹੁਣ ਹੋ ਨਹੀਂ ਰਹੇ। 58% ਦੀ ਗਿਰਾਵਟ ਉਹਨਾਂ ਦੇ ਕਹਿਣ ਮੁਤਾਬਕ ਆਂਕੀ ਗਈ ਹੈ ਅਪ੍ਰੈਲ ਤੋਂ ਲੈ ਕੇ ਸਤੰਬਰ ਮਹੀਨੇ ਤੱਕ। ਸੋ ਇਹ ਬੜਾ ਵੱਡਾ ਐਲਾਨ ਉਹਨਾਂ ਦਾ। ਹੁਣ ਆਮ ਸਾਡੇ ਭਾਈਚਾਰੇ 'ਚ ਚਰਚਾ ਹੁੰਦੀ ਕਿ ਜਿਹੜੇ ਸਾਡੇ ਕਈ ਕਾਰੋਬਾਰੀ ਲੋਕ ਨੇ ਉਹ LMIA ਨਾਲ ਸੌਦਾ ਕਰਦੇ ਨੇ, ਬਾਹਰੋਂ ਲੋਕਾਂ ਨੂੰ ਉੱਥੇ ਲਿਆਉਣ ਲਈ, ਰੁਜ਼ਗਾਰ ਦੇਣ ਦਾ ਝਾਂਸਾ ਦੇਣ ਲਈ, ਔਰ ਪੈਸੇ ਲੈ ਜਾਂਦੇ ਨੇ, ਮੋਟੇ ਪੈਸੇ। ਕਈ ਅਮੀਰ ਵੀ ਬਣ ਗਏ ਨੇ। ਸੋ ਖੈਰ ਹੁਣ ਸਰਕਾਰ 'ਤੇ ਇੰਨਾ ਪ੍ਰੈਸ਼ਰ ਪਿਆ ਕਿ ਸਰਕਾਰ ਨੇ ਉਸ ਪ੍ਰੋਗਰਾਮ ਨੂੰ ਮੱਠਾ ਪਾ ਦਿੱਤਾ ਔਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਸੋਧਾਂ ਕੀਤੀਆਂ ਨੇ, ਕ੍ਰੈਕਡਾਊਨ ਸ਼ੁਰੂ ਕਰਤਾ, ਜਿਸ ਕਾਰਨ ਉਹ ਨੱਥ ਪਈ ਹੈ ਕੁਝ। ਉਹਨਾਂ ਦਾ ਕਹਿਣਾ ਕਿ 58% ਦੀ ਗਿਰਾਵਟ ਆਈ ਹੈ ਔਰ ਹੁਣ ਪਹਿਲੇ ਵਾਂਗ ਅਜਿਹਾ ਨਹੀਂ ਹੋ ਰਿਹਾ। ਜਿਵੇਂ LMIA ਦੇ ਪਹਿਲੇ ਸੌਦੇ ਹੁੰਦੇ ਫਿਰਦੇ ਸੀਗੇ, ਅੱਜ ਦੀ ਤਰੀਕ ਵਿੱਚ ਉਹ ਕੰਮ ਠੱਪ ਹੈ। ਸੋ ਇਹ ਉਹਨਾਂ ਨੇ ਭਰੋਸਾ ਦਿੱਤਾ। ਅਖੀਰ ਤੋਂ ਦੱਸੀ ਕਿ ਵੱਡੀ ਖਬਰ ਜਿਹੜੀ ਕਿ ਹੈ ਤਾਂ ਅੰਤਰਰਾਸ਼ਟਰੀ ਖਬਰ, ਪਰ ਅਸਰਅੰਦਾਜ਼ ਸਾਨੂੰ ਵੀ ਕਰੇਗੀ, ਕਿਉਂਕਿ ਹੋਇਆ ਇਸ ਤਰ੍ਹਾਂ ਕਿ ਵਾਤਾਵਰਨ ਜਿਹੜਾ ਨਿਘਾਰ ਆ ਰਿਹਾ, ਧਰਤੀ ਦਾ ਤਾਪਮਾਨ ਵਧ ਰਿਹਾ, ਇੱਕ ਬਹੁਤ ਵੱਡੀ ਸਮੱਸਿਆ, ਜਿਸ ਦੇ ਚਲਦਿਆਂ ਜ਼ੋਰ ਪੈ ਰਿਹਾ ਕਿ ਪ੍ਰਦੂਸ਼ਣ ਘਟਾਇਆ ਜਾਵੇ। ਉਸ ਦੇ ਲਈ ਕੁਚੇਜ਼ ਕੀਤੀ ਗਈ ਕਿ ਕਿਉਂ ਨਾ ਸ਼ਿਪਿੰਗ ਇੰਡਸਟਰੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਸ ਦੀ ਰੋਕਥਾਮ ਦੇ ਲਈ ਢੁਕਵੇਂ ਕਦਮ ਚੁੱਕੇ ਜਾਣ। ਇਸ ਸੰਬੰਧੀ ਲੰਡਨ ਵਿੱਚ ਇੱਕ ਅਹਿਮ ਪ੍ਰੋਗਰਾਮ ਉਲੀਕਿਆ ਜਾਣਾ ਸੀਗਾ, ਡੀਲ ਹੋਣੀ ਸੀਗੀ, ਪਰ ਅਮਰੀਕਾ ਅਤੇ ਸਾਊਦੀ ਅਰਬ ਦੇ ਦਬਾਅ ਹੇਠਾਂ ਇਹ ਡੀਲ ਜਿਹੜੀ ਹੈ ਠੰਡੇ ਬਸਤੇ 'ਚ ਪਾ ਦਿੱਤੀ ਗਈ ਹੈ। ਹੋਇਆ ਇਸ ਤਰ੍ਹਾਂ ਕਿ ਇਹ ਡੀਲ ਜਿਹੜੀ ਸੀ ਉਸ ਦੇ ਤਹਿਤ ਇਹ ਤੈਅ ਕਰਨਾ ਸੀ ਕਿ ਜਿਹੜੀਆਂ ਸ਼ਿਪਿੰਗ ਇੰਡਸਟਰੀ ਨਾਲ ਜੁੜੀਆਂ ਕੰਪਨੀਆਂ ਨੇ ਉਹਨਾਂ 'ਤੇ ਦਬਾਅ ਪਾਇਆ ਜਾਵੇ ਕਿ ਐਮਿਸ਼ਨ ਨੂੰ ਘਟਾਇਆ ਜਾਵੇ। ਪਰ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਉਹ ਤਾਂ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਨੇ ਕਿ ਧਰਤੀ ਦਾ ਤਾਪਮਾਨ ਵੱਧ ਰਿਹਾ ਜਾਂ ਵਾਤਾਵਰਨ ਵਿੱਚ ਹਾਰਨ ਨਿਗਾਰ ਬਹੁਤ ਵੱਡੀ ਸਮੱਸਿਆ। ਉਹ ਇਸ ਨੂੰ ਗ੍ਰੀਨ ਸਕੈਮ ਕਹਿੰਦੇ ਨੇ, ਯਾਨੀ ਕਿ ਠੱਗੀ ਕਹਿੰਦੇ ਨੇ ਸਿੱਧੇ ਤੌਰ 'ਤੇ, ਕਿਉਂਕਿ ਵਿਗਿਆਨ 'ਚ ਉਹਨਾਂ ਦਾ ਵਿਸ਼ਵਾਸ ਨਹੀਂ, ਕਲਾਈਮੇਟ ਚੇਂਜ ਵਿੱਚ ਵੀ ਵਿਸ਼ਵਾਸ ਨਹੀਂ ਉਹਨਾਂ ਦਾ ਕੋਵਿਡ 'ਚ ਵੀ ਵਿਸ਼ਵਾਸ ਨਹੀਂ ਸੀਗਾ। ਸੋ ਖੈਰ ਟਰੰਪ ਨੇ ਔਰ ਸਾਊਦੀ ਅਰਬ ਨੇ ਰਲ ਕੇ ਇੰਨਾ ਪ੍ਰੈਸ਼ਰ ਬਿਲਡ ਕੀਤਾ ਕਿ ਵੱਖ-ਵੱਖ ਦੇਸ਼ਾਂ ਨੂੰ ਜਤਾਇਆ ਗਿਆ ਕਿ ਜੇ ਤੁਸੀਂ ਇਸ ਡੀਲ ਦੇ ਹੱਕ 'ਚ ਵੋਟ ਪਾਈ ਤਾਂ ਟੈਰਿਫ ਲਾਏ ਜਾਣਗੇ ਤੁਹਾਡੇ ਉੱਪਰ, ਜਿਸ ਤੋਂ ਪਿੱਛੋਂ ਇਹ ਡੀਲ ਠੰਡੇ ਬਸਤੇ 'ਚ ਪੈ ਗਈ ਹੈ। ਔਰ ਵਾਤਾਵਰਨ ਦੀ ਬਿਹਤਰੀ ਨੂੰ ਅਰਪਿਤ ਜਿਹੜੇ ਕਾਰਕੁਨ ਨੇ ਜਾਂ ਵਿਗਿਆਨੀ ਨੇ ਉਹ ਕਾਫੀ ਪਰੇਸ਼ਾਨ ਨੇ। ਉਹਨਾਂ ਦੇ ਲਈ ਇਹ ਬਹੁਤ ਦੁਖਦਾਈ ਸਮਾਚਾਰ ਹੈ। ਇਸ ਦਾ ਅਸਰ ਜ਼ਾਹਿਰ ਤੌਰ 'ਤੇ ਕੈਨੇਡਾ 'ਤੇ ਵੀ ਪਊਗਾ, ਕਿਉਂਕਿ ਕੈਨੇਡਾ ਦੁਨੀਆ ਤੋਂ ਵੱਖਰਾ ਨਹੀਂ ਔਰ ਇਹ ਬੜੀ ਵੱਡੀ ਸਮੱਸਿਆ ਜਿਹੜੀ ਕਿ ਦੁਨੀਆ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰ ਰਹੀ ਹੈ, ਭਾਵੇਂ ਵੱਧ ਭਾਵੇਂ ਘੱਟ। ਸੋ ਇਸ ਨਾਲ ਦੀਆਂ ਖਾਸ ਖਬਰਾਂ ਲਵਾਂਗੇ ਛੋਟੀ ਜਿਹੀ ਬ੍ਰੇਕ, ਜਿਸ ਤੋਂ ਵਿੱਚੋਂ ਭਾਰਤ ਨੇ ਆਪਣੇ ਬਹੁਤ ਹੀ ਖਾਸ ਮਹਿਮਾਨ ਦੇ ਨਾਲ। ਸਾਡੇ ਅੱਜ ਦੇ ਖਾਸ ਮਹਿਮਾਨ ਨੇ ਜੀ ਅਨੰਤ ਤੇਲਤੁੰਬੜੇ, ਜਿਹੜੇ ਡਾਕਟਰ ਅੰਬੇਦਕਰ ਦੇ ਪੋਤ ਜਵਾਈ ਨੇ ਔਰ ਬੁੱਧੀਜੀਵੀ ਨੇ, ਲੇਖਕ ਨੇ, ਅਨੇਕਾਂ ਕਿਤਾਬਾਂ ਉਹਨਾਂ ਲਿਖੀਆਂ ਨੇ ਉਹਨਾਂ ਨੇ।
ਸੋ ਇੱਕ ਖਾਸ ਮੁੱਦੇ 'ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬ੍ਰੇਕ ਤੋਂ ਪਿੱਛੋਂ। ਤੁਹਾਨੂੰ ਯਾਦ ਹੋਵੇਗਾ ਪਹਿਲਾਂ ਇਸ ਮੰਚ 'ਤੇ ਗੱਲ ਹੋ ਚੁੱਕੀ ਕਿ BR ਗਵਈ ਜਿਹੜੇ ਚੀਫ ਜਸਟਿਸ ਆਫ ਇੰਡੀਆ ਜਿਹੜੇ ਦਲਿਤ ਨੇ ਉਹਨਾਂ ਉੱਪਰ ਜੁੱਤੀ ਸੁੱਟੀ ਗਈ ਸੀ। ਅਜੇ ਉਹ ਮਾਮਲਾ ਠੰਡਾ ਵੀ ਨਹੀਂ ਸੀ ਪਿਆ ਕਿ ਹਰਿਆਣਾ ਦੇ ਇੱਕ IPS ਅਧਿਕਾਰੀ ਨੇ ਆਤਮ ਹੱਤਿਆ ਕਰ ਲਈ, ਇਹ ਕਹਿ ਕੇ ਕਿ ਉਸ ਨਾਲ ਡਿਪਾਰਟਮੈਂਟ ਵਿੱਚ ਜ਼ਾਤ ਦੇ ਆਧਾਰ 'ਤੇ ਵਿਤਕਰਾ ਹੁੰਦਾ ਸੀ, ਇਸ ਤੋਂ ਤੰਗ ਆ ਕੇ ਉਸਨੇ ਆਤਮ ਹੱਤਿਆ ਕੀਤੀ। ਉਹ ਮਾਮਲਾ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ। ਸੀਨੀਅਰ ਅਹੁਦੇ 'ਤੇ ਬੈਠੇ ਹੋਏ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਨੇ ਉਹਨਾਂ ਨਾਲ ਕਿਸ ਤਰ੍ਹਾਂ ਦੁਰਵਿਹਾਰ ਹੋ ਰਿਹਾ, ਚਾਹੇ ਕਹਿਣ ਨੂੰ ਉੱਥੇ ਐਫਰਮੇਸ਼ਨ ਐਕਸ਼ਨ ਵੀ ਲਏ ਜਾ ਰਹੇ ਨੇ ਔਰ ਛੂਆ-ਛਾਤ 'ਤੇ ਪਾਬੰਦੀ ਵੀ ਹੈ, ਬਾਵਜੂਦ ਇਸ ਦੇ ਕਿਸ ਤਰੀਕੇ ਨਾਲ ਇਹਨਾਂ ਉੱਚ ਪਦਵੀਆਂ 'ਤੇ ਬੈਠੇ ਹੋਏ ਜਿਹੜੇ ਦਲਿਤ ਨੇ ਵਿਤਕਰਾ ਹੰਢਾ ਰਹੇ ਨੇ। ਤੁਸੀਂ ਇਸ ਤੋਂ ਅਨੁਮਾਨ ਲਾ ਸਕਦੇ ਹੋ ਕਿ ਆਮ ਦਲਿਤ ਲੋਕਾਂ ਨਾਲ ਕੀ ਹੁੰਦਾ ਹੋਊਗਾ। ਇਸ ਪੂਰੇ ਮਾਮਲੇ ਦੀ ਡੂੰਘਾਈ ਤੱਕ ਜਾ ਕੇ ਗੱਲਬਾਤ ਸਾਡੇ ਨਾਲ ਕੀਤੀ ਹੈ ਆਨੰਦ ਤੇਲ ਤੁਬੜੇ ਨੇ, ਜਿਹੜੀ ਆਪਾਂ ਤੁਹਾਡੇ ਲਈ ਪ੍ਰਸਾਰਿਤ ਕਰਨ ਜਾ ਰਹੇ ਹਾਂ ਇਸ ਬ੍ਰੇਕ ਤੋਂ ਪਿੱਛੋਂ। ਵੇਖਦੇ ਰਹੋ ਨਵੀਂ ਤਾਜ਼ੀ YouTube ਤੇ। 3 years ago, a local distributor was drowning in orders, inventory, and finances. Then they partnered with Stratwit to implement SAP Business One. Thereafter, everything became simple, accurate, and connected. Today, they're thriving, and so can you. At Stratwit Solutions Limited, we install the market's top ERP at an affordable price. सुषमा जी, बड़े कॉल्स आ रहे हैं और लोग बड़े परेशान हैं। कहते कि जैसे रेडियो पे हिंदी पंजाबी मिक्स गाने सुनने को मिलते थे ना हमारे यहाँ से, अब वैसे बिल्कुल रेडियो पे ऐसे गाने आते ही नहीं है। तुम्हारा कहने का मतलब है कि स्पाइस रेडियो पे जैसे प्रोग्राम आते थे एग्जैक्टली 1200 AM पे, तो वो जो प्रोग्राम थे वो हमने वो प्रोग्राम अभी भी हमारे पास हैं और वो हम उनको ले आए हैं रिमझिम पे। मतलब सेम प्रोग्रामिंग हम सुन सकते हैं हाँ जी, जैसे लोगों को कल्चर ऑफ पंजाब बहुत पसंद था, वो भी हमारे पास है। नून सुकून जो हम पेश करते थे 12 बजे वो भी है। गपशप जो हम पेश करते हैं वो भी है। इवनिंग शो जो मनशालिका करती हैं वो भी है। आफ्टरनून शो जो रिक्वेस्ट है वो भी हैं। तो ये सब कुछ रेडियो रिमझिम पे है और आप रिमझिम पे इनको सुन सकते हैं। और रिमझिम पे आप इसे हमारे रेडियो पर भी सुन सकते हैं और हमारा जो ऐप है उस पर भी आप सुन सकते हैं। तो अगर आपके पास आईफोन है तो आईफोन पे आप हमारा ऐप ले लीजिए और उसके ज़रिए आप प्रोग्राम सुन सकते हैं। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਚਨਾ ਸਿੰਘ, ਸਰੀ ਦੀ ਸਾਬਕਾ MLA ਤੇ BC ਦੀ ਸਾਬਕਾ ਵਿੱਦਿਆ ਮੰਤਰੀ। ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਦੀਵਾਲੀ ਦੀ ਲੱਖ ਲੱਖ ਵਧਾਈ। ਨਾਲ ਹੀ ਅਸੀਂ ਬੰਦੀ ਛੋੜ ਦਿਵਸ ਵੀ ਮਨਾ ਰਹੇ ਹਾਂ, ਉਹਦੇ ਲਈ ਵੀ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ। ਮੈਨੂੰ ਉਮੀਦ ਹੈ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਖੁਸ਼ੀਆਂ ਤੇ ਖੇੜੇ ਲੈ ਕੇ ਆਉਣਗੇ। ਫਿਰ ਤੋਂ ਇੱਕ ਵਾਰੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸੋ ਦੋਸਤੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਬ੍ਰੇਕ ਤੋਂ ਪਿੱਛੋਂ ਪ੍ਰੋਗਰਾਮ ਨਵੀਂ ਤਾਜ਼ੀ ਦੇ ਵਿੱਚ। ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਅੱਜ ਦੇ ਮਹਿਮਾਨ ਨੇ ਆਨੰਦ ਤੇਲ ਤੁਬੜੇ, ਜਿਨ੍ਹਾਂ ਨੇ ਅਨੇਕਾਂ ਕਿਤਾਬਾਂ ਲਿਖੀਆਂ ਨੇ। ਡਾਕਟਰ ਅੰਬੇਦਕਰ ਦੇ ਪੋਜ ਜਵਾਈ ਔਰ ਜੋ ਜ਼ਾਤ ਪਾਤ ਦੇ ਮਸਲੇ ਨੂੰ ਲੈ ਕੇ ਭਾਰਤ ਵਿੱਚ ਸਥਿਤੀ ਬਣੀ ਹੋਈ ਹੈ, ਇੱਕ ਜੱਜ ਉੱਪਰ ਜੁੱਤੀ ਸੁੱਟੀ ਗਈ, ਇੱਕ ਦਲਿਤ IPS ਅਧਿਕਾਰੀ ਨੇ ਆਤਮ ਹੱਤਿਆ ਕਰ ਲਈ, ਇਹਨਾਂ ਮਾਮਲੇ ਦੀ ਵਿਸ਼ੇਸ਼ ਗੱਲਬਾਤ ਆਨੰਦ ਤੇਲ ਤੁਬੜੇ ਨਾਲ। ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਿਓ ਔਰ ਹੋਰਨਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਪ੍ਰੇਰਿਓ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਸੋ ਆਓ ਸੁਣੀਏ ਹੁਣ ਆਨੰਦ ਤੇਲ ਤੁਬੜੇ ਦੇ ਵਿਚਾਰ। आनंद जी, थैंक्स फॉर ज्वाइनिंग मी। जय भीम। जय भीम। सो आनंद जी, जो ये 2 इंसिडेंट्स हुए हैं इन दिनों में, एक तो पहले BR गवाई जो दलित जस्टिस हैं उन पे जूता फेंका गया। अभी वो मामला ठंडा भी नहीं हुआ तो हमें एक खबर मिलती है कि हरियाणा में एक IPS ऑफिसर वाई पुराण कुमार हु वाज दलित, उन्होंने सुसाइड किया और अपना नोट छोड़ दिया कि मेरे साथ डिपार्टमेंट में डिस्क्रिमिनेशन होता रहा है। अब हम 2 ऐसे लोगों की बात कर रहे हैं जो सोसाइटी में काफ़ी वर्चस्व रखते हैं। कोई जज है या IPS अफसर है, उनके साथ भी इस तरह से जो बर्ताव देखने को मिला, जिसके बारे में आपने वार में लिखा भी है। थोड़ा मैं बताएं कि आपका लगता है रूट कॉज क्या है इस प्रॉब्लम, क्योंकि इतने रुतबे पे पहुंच जाने के बाद, एफर्मेटिव एक्शन के बावजूद भी ये जो एक एटीट्यूड है वो चेंज नहीं हो रहा। योर थॉट्स? ये तो ऐसी बात है कि ये जो 3 इंसिडेंट लगभग एक 7 दिनों में हुए हैं, ये आपने दो की बात की। एक थर्ड इंसिडेंट ऑल्सो हैपेंड ऑन 2 अक्टूबर, गांधी जयंती के दिन। एक क्या नाम उनका, हरिओम वाल्मीकि नाम था, सैनिटेशन वर्कर, रायबरेली के एक विलेज में उसको लिंच किया और मार दिया। लोगों ने सिर्फ सस्पिशियन से कि वो एक थीव था,
हाँ, एक चोर था करके, वो चोर नहीं था। वो काम के लिए वहां गया था, और उसको दिन दहाड़े मार दिया गया। हम्म। वो राहुल गांधी करके चिल्लाता रहा, बिकॉज रायबरेली का वो एमपी है, तो शायद उसके रेस्क्यू में आएगा करके कभी भी एक आम आदमी की एक्सपेक्टेशंस होती हैं। तो इसके जवाब में वो लोग चिल्लाए कि नहीं, हम योगी के आदमी हैं। हम्म। तो साफ साफ है, इट्स वेयर डज दिस impunity comes from? It actually source of it is the present regime. हम्म। तो बात को बहुत क्लियर है। हम्म। अभी ये भूषण गवई साहब की बात करें तो ये एक अनप्रेसिडेंटेड काइंड ऑफ इंसिडेंट है। अनप्रेसिडेंटेड इन सेंस अर्लियर ऑल्सो इट हैड हैपेंड इन 1999। यू नो, एएस आनंद करके एक चीफ जस्टिस थे, उनके ऊपर एक लालवानी करके बॉम्बे का आदमी था, उसने जूता फेंका। But that time he was a personally aggrieved person, by a verdict which was given incidentally by a different bench. But he threw it. बट एक्शन हुआ, उस पे एक्शन हुआ, उसको जेल में डाला, उसको फाइन किया गया। हम्म। ऑल दोस काइंड्स ऑफ थिंग्स हैड हैपेंड टू दैट, बिकॉज वॉट एवर इज इन लॉ, द इट he met with those kinds of aftermath. But here, it's very surprising and very stunning that this man, 71-year-old कोई वकील, वो जूता फेंकता है क्राउडेड रूम में, एंड बाद में सिक्योरिटी पीपल दे अप्रिहेंड हिम एंड टेक हिम आउट ऑफ द कोर्ट रूम। व्हाइल डूइंग दैट, ही एक्चुअली शाउट्स स्लोगन कि सनातन का अपमान नहीं सहेगा हिंदुस्तान। तो Right. क्या क्या बात है ये? So where does it? Because after some time, after some days, it leaked out in the media. It was claimed that he himself is a Dalit, and that will also happen too. Because when I wrote a first article in Scroll, मैंने जब स्क्रॉल का आर्टिकल लिखा, तो मेरा एक क्लासमेट है, मैं जबरदस्ती भेजते रहता हूँ ऐसे आर्टिकल, जो मेरे क्लासमेट है लेकिन आरएसएस के लोग हैं, क्योंकि उनका माइंड समझे। तो दैट फेलो रिएक्शन भेजा उसने कि अभी क्या कहोगे कि ये राकेश किशोर है, वो खुद ही दलित है। मैं बोला मेरे आर्टिकल में कोई जिक्र ही नहीं उसका, दलित वो चाहे साला भंगी हो, मुझे कोई फर्क नहीं पड़ता है, बिकॉज उसकी बात ही नहीं की मैंने। और उसने अपनी जात तो दिखा दी है ना, सनातन का अपमान एंड ऑल दैट काइंड ऑफ थिंग। ही माइट हैव अ कास्ट सर्टिफिकेट, नॉट विथ स्टैंडिंग दैट, बट कहाँ से उसके मोटिवेशंस आते हैं, कहाँ से उसको टेमरिटी, उतना दुस्साहस आता है, ये बातें उसने खुद अपने मुंह से क्लियर की, तो उसमें कोई दोहरा नहीं है। तो ये बात है। तीसरी बात है, आती है वो जो पूरन कुमार की, कि एडीजी माने जैसे सेकंड रैंक ऑफिसर एक स्टेट में, पुलिस ऑफिसर, उसको ये नौबत आती है कि वो आत्महत्या कर दे। तो ये बड़ी एक तरह से बहुत अपना आई कैचिंग न्यूज होती है ना, उस तरह की न्यूज हो गई, गवई की हो गई और पूरन सिंह की हो गई। उतनी अहमियत उस वाल्मीकि को नहीं मिली, ये भी बात नोटेबल है। तो बिकॉज इट बिकम्स अ न्यूज, समथिंग लाइक दिस लेवल पीपल आल्सो कुड बी ह्यूमिलिएटेड। ओके, तो पूरन सिंह की भी बात है, उसने कहा है अपना एक नोट, सुइसाइड नोट भी रखा है उसमें, 9 पन्ने के सुइसाइड नोट, लॉन्गिश काइंड ऑफ सुइसाइड नोट, वेरी नेम्ड 8-9 ऑफिसर्स हु एक्चुअली हैरेस्ड हिम। तो उनके नाम लिखे गए हैं। उनकी वाइफ भी इंसिडेंटली इज अ हाई रैंक्ड आईएएस ऑफिसर। सो उस खुद उसने कंप्लेंट की और उसने डिमांड किया है कि इन लोगों को SC/ST एक्ट के तहत अरेस्ट करना चाहिए। So there is a provision in the act. If the law takes its own course, these are the natural ways of doing things. But उन्होंने कुछ नहीं किया। जब so much public outcry, जो politician उसको visit करने लगे, ऐसी कुछ बात होती है तो सारे politicians तो attendance लगाते ही है, लेकिन उनको मालूम नहीं कि देश में तो ये तो हर घंटे की बात है, कोई ना कोई सुइसाइड करता है, कोई ना कोई। सुइसाइड की तो बात नहीं है, लिंचिंग ही होते रहते हैं, लोग और मारे जाते हैं, तो उनको कोई नोट नहीं करता है। तो ये ऐसी बात है। उसका भी एक आपने सुना होगा कि देयर इज अनदर काइंड ऑफ थिंग। ये पूरन कुमार के केस में तो सिर्फ
अभी तक की जो एक्शन हुई है कि वो जो जो डीजीपी था स्टेट का, उसका उसने उसका नेम उस उसको एक्यूज किया था पूरन सिंह ने, तो उसको छुट्टी पे भेजा है, उतना ही है। ये कोई प्रावधान नहीं है लॉ का। प्रावधान लॉ का ये है कि उसको अरेस्ट ही करना चाहिए एसटी एक्ट के तहत। बाद में जो कुछ होगा और सभी को मालूम है बाद में क्या होगा। तो अभी अभी उसका और एक स्टनिंग बात हो गई है कि अभी हाल में ही 2 दिन पहले एक रोहतक में एक एएसआई ने सुसाइड कर दिया। हम्म। तो उस आदमी ने सुसाइड किया, उसने भी एक वीडियो रखा है और उसने भी एक नोट रखा है, सुसाइड नोट रखा है। बट उसकी सुसाइड बड़ी दिलचस्प है कि उसने जो इन पूरन सिंह जिसको एक्यूज किया है, जिसको हरासमेंट के लिए जिम्मेदार समझा है, उस आदमी को ये प्रेस करता है, अपने हायर अप्स को प्रेस करता है ऐसा। एंड जिसको जो विक्टिम है पूरन सिंह, उसके खिलाफ में वो एक्चुअली बोलता है कि ये भ्रष्टाचारी आदमी था, इसने काफी कुछ अपना नेपोटिज्म किया, पैसे देकर ये अपने पोस्ट बेचता था एंड ऑल काइंड्स ऑफ थिंग। सो ये बात है, ये मैंने सोचने वाली बात है कि ये इसका सुसाइड है, ऐसे कोई सुसाइड कर सकता है कि somebody that he to support his seniors, somebody commits a suicide। और ये भी बात सोचने वाली है कि इस सुसाइड से फायदा किसको हो रहा है, ये कौन है इसके बिहाइंड में, कौन इसका स्क्रिप्ट लिखा है, कौन इसका डायरेक्टर इस एपिसोड का, ये सोचने वाली बातें हैं। तो ये दोनों भी केस में एक्चुअली इंडिपेंडेंट जुडिशियल इंक्वायरी होनी चाहिए, मे बी अंडर द सुप्रीम कोर्ट और हाई कोर्ट जज, ताकि लोगों को कुछ विश्वास हो इस इंक्वायरी पे। ये बात होनी ही चाहिए। जहां तक ये घटना की बात है, मैंने कहा ही है कि ये तो आम बात है। इस तरह की एट्रोसिटी तो हर खुलेआम हो रही है हिंदुस्तान में। कोई इसका नोट नहीं लेता है, ना दलित लेते हैं, ना मीडिया लेती है, ना स्टेट लेता है। तो ये तो चलता रहा है, कोई नई बात नहीं है इस तरह, एक तरह से सोचो तो। आनंद जी, आपने काफी अच्छे से एक्सप्लेन कर दिया है इन घटनाओं जो लिंक हुई, और बड़ा इंटरेस्टिंग तरीके से आपने बताया कि एक जो आदमी सफाई कर्मचारी था, उसके केस को उतनी लाइमलाइट नहीं मिली बिकॉज उसका जो सोशल स्टेटस बहुत नीचे था। मैं आपसे जानना चाहूंगा, क्योंकि खुद आप इतने बड़े चिंतक हैं, लेखक हैं, जैसे आपको 2-2.5 साल जेल में फेंका गया, आप पे ट्रम्प अप चार्जेस लगाए गए, या आप इतने वक्त से लिखते आ रहे हैं, कॉलम्स, किताबें लिखी हैं आपने, क्या आपने भी कभी ऐसा महसूस किया कि आपकी जो क्रिटिसिज्म है या आपका जो लिखने का ढंग है, उसको भी ये जो कास्ट सोसाइटी है एक्सेप्ट नहीं कर पा रही या नहीं कर रही, और मे बी वो बायस भी आपके खिलाफ चलती हो कहीं ना कहीं? कभी आपने खुद भी महसूस किया? अगर आप बताना चाहें इसके बारे में। या इंडियन से फ्रैगमेंटेड सोसाइटी, यहाँ पे ये उम्मीद करना कि बहुत सारे लोग आपको एक्सेप्ट करें, ये उम्मीद नहीं रखनी चाहिए, एक रैशनल उम्मीद नहीं है। तो मेरी कॉन्स्टिट्यूएंसी ये है कि जो चेंज करने वाली कॉन्स्टिट्यूएंसी है, वो मेरी कॉन्स्टिट्यूएंसी मैं समझता हूँ। हम्म। तो उसमें मेरा एक्सेप्टेंस है कि नहीं, ये एक पर्टिनेंट क्वेश्चन बनता है। हम्म। तो उसमें क्या लोग सोचते हैं, क्यों, कौन लोग है ये दलित है, ये आदिवासी है, ये पिछड़े लोग हैं, ये जो पूरे वर्कर्स है, ये मेरी कॉन्स्टिट्यूएंसी है। उन लोगों की जागृति के लिए मैं लिखता हूँ इंग्लिश में, इसलिए कि मेरी जो भी बातें मैं लिखता हूँ उसका ट्रांसलेशन होते हैं वर्नाक्युलर्स में, दूसरी भाषाओं में, और जो एक्टिविस्ट सर्कल्स उसको लेके जाते हैं। तो ये एक हमारा जरिया था जो कॉन्शियसली मैंने अडॉप्ट किया, और दूसरी बात है कि वो बनता भी था। तो इस तरह से हमने हमारा राइटिंग का जो स्ट्रेटेजी है वो रखा था। दुख की ये बात है कि ये मेरी कॉन्स्टिट्यूएंसी में भी, जिसको लोग नॉर्मली समझ जाते हैं कि मैं दलितों के ऊपर ज्यादा लिखता हूँ एंड ऑल दैट काइंड ऑफ थिंग, नॉट बिकॉज, certainly not because I am Dalit. I don't have anything to do with Dalit.
in my life, Dalitism did not really matter. So बहुत लिटिल मैटर किया है जो मैंने उस मेमोयर में लिखा है, साफ किया है कि मैं कहाँ से आया हूँ और क्या हुआ मेरे साथ। तो वहां पे भी फिर ये आड़े आते हैं कि वन दलित इज नॉट अ होमोजेनस कैटेगरी, वो भी अपने खेमे में बटे हुए हैं। तो एक तो खेमा है कि जो एक तो खेमा माने एक बिगेस्ट ऑब्स्टेकल इन दैट इज अम्बेडकरिज्म। तो अम्बेडकर जो कि एक आशा का किरण था, जो एक बेकन था, वही एक ऑब्स्टेकल बन गया है। और उसमें मैं नहीं समझता हूँ कि इनोसेंट दलित एक्चुअली कंस्ट्रक्टेड इट, इट इज एक्चुअली स्टेट हैज बीन बिहाइंड इट टू कंस्ट्रक्ट अम्बेडकर इन दैट फॉर्म सो दैट all these people would be bound by that icon, would be twirled around that icon. So ये बातें हैं। तो कास्टिस्ट लोग मुझे एक्सेप्ट करते हैं या नहीं, एक्चुअली कास्टिज्म डज नॉट ऑपरेट लाइक दैट। सो मेनी ऑफ माय रादर सो कॉल्ड अपर कास्ट, और जो जो दलित नहीं है, जो वर्कर्स नहीं है, एंड ऑल दैट काइंड ऑफ थिंग, दोज पीपल रादर एक्सेप्ट मी, आई वुड से। मे बी वो थोड़ा मेरी गलतफहमी भी हो सकती है, बट दे डू एक्सेप्ट। सो those people who are capable of independent thinking, rational thinking, etc., they might be of any caste and all, but they do accept it. So ये मैं महसूस करता हूँ। मेरा सबसे दुख की बात यह है कि दलितों को कितना भी समझाओ, कोई इतना पोलराइज्ड है कि वो समझना नहीं चाहते हैं। वेरी अनफॉर्चुनेट। आनंद जी, बहुत शुक्रिया, आपने वक्त निकाला, एक बहुत सेंसिटिव विषय हमारे साथ बात की है। कोई बात रह गई हो नहीं पूछ पाया आपसे, इफ यू वांट टू ऐड समथिंग बिफोर लेट यू गो, प्लीज गो अहेड। Thank you. It's good that you have floated a channel. My best wish actually I was to make a video, but I could not. So you'll have to pardon me. If you want, then probably I'm okay now. I can attempt it. My daughter also has come, so she can make it. So thanks for your kind words, Anand ji. You are always with me in spirit, so all good. All the best. ਸੋ ਵਿਊਅਰਸ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦਾ ਪਸੰਦ ਆਇਆ ਹੋਵੇਗਾ। ਮੇਰੀ ਤੁਹਾਡੀ ਮੁਲਾਕਾਤ ਹੁਣ ਹੋਵੇਗੀ ਅਗਲੇ ਹਫਤੇ, ਯਾਨੀ ਕਿ ਸੋਮਵਾਰ ਨੂੰ। ਸੋ ਆਗਿਆ ਦਿਓ, ਧੰਨਵਾਦ। ਹੈਵ ਅ ਨਾਈਸ ਵੀਕਐਂਡ।